श्री महला पंजवा। जिनकी निवस अपने त्रैगुणा, पवना चतुर संसारा। जग स्नान ताप तान कंडे, क्या केहू जंत विचारा। जिनकी निवस अपने त्रैगुणा, पवन चतुर संसारा। जग स्नान ताप थान कंडे, क्या केहू जंत विचारा। प्रभुता की ओट गई तो छूटो, साध प्रसाद हर 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 गाए। बिखे प्याद तब बूटो, न सुनिए न मुक्ते बगिए, न मोह ओडीठी। ऐसी ठगौरी पाई बुलावे, मन सबके है मिलागे मिटी। माए बाप पूत हित भ्राता, उन घर घर मिलियो दुआ। किसी वाद काट किसी पै, सगले लर लर मुआ। ओम बलिहारी सतगुर अपने, जिन एहू चलत दिखाया। गुजी पाई जलै संसारा, भगत ना व्यापै माया। ओम बलिहारी सतगुर अपने, जिन एहू चलत दिखाया। गुची पाए जलै संसारा, भगत ना व्यापै माया। वाहिगुरू जी का खालसा, वाहिगुरू जी की फतेह। परम ते सत्कारयोग सतगुरां की साजी और नवाजी सत संगत, गुरुआं दे गुरु धन धन साहिब श्री गुरु ग्रंथ साहिब जी महाराज, जिन्हां ने महान बख्शिशां कीतियां। अमृत वेले तो लैके इस वेले तक सत्संग दीयां घड़ियां, नितनेम अनुसार नितनेम दीयां बख्शिशां। बड़ भागी सत संगत पावै, भागहीन परम चोटां खावे। बिना भागा तो सत्संग प्राप्त नहीं हुंदी। बिना भागा तो जीव चोटा ही खांदा फिरदा है। कदे ओह दर भड़क गया, कदे ओह दर भड़क गया। दर दर भड़कदे नूं कुछ मिलदा नहीं। एक दर ते मंगता बैठ जावे, एक दर ते कुकर बैठ जावे, एक दादा बैठ जावे, कदे ना कदे तो उन्होंने वस्तु मिल ही जाती है ना। तो भागा तो बिना सत्संग प्राप्त नहीं हुंदी। सतगुरु जी बख्शिश करते ने, बड़ भागी सत संगत पावे। जिहड़ी सत संगत है, ये बड़ियां भागां वालियां नूं प्राप्त हुंदी है। बड़ियां भागां वाले अपने ग्रह तो चलते ने, मार्ग नूं तय करके गुरु के मार्ग तक पहुंचते हैं। आके नतमस्तक होंदे ने सतगुरां दे पावन चरनां दे उपर, अपना सीस रखते ने, पुठे लेख सीधे हो जाते हैं। चौकड़ा मार के गुरु के सन्मुख बैठ जाते हैं। कीर्तन सरवण करते ने, विचार सरवण करते ने, बाणी सरवण करते ने। पहले ही उन्होंने दे कुकर्म जाग पैंदे ने, फिर होर भाग वड्डे बन जाते हैं। बड़ भागी
ਸਾਧ ਸੰਗਤ ਰਾਹ। ਜਦੋਂ ਵੱਡਿਆਂ ਭਾਗਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਤਨ ਭੇਟਤ ਦੁਰਮਤ ਕੋਈ। ਸਾਰੇ ਮਨ ਦੀ ਮੈਲ ਕੋਟੀ ਮਤ ਦੂਰ ਹੋ ਜਾਂਦੀ ਹੈ। ਤੋ ਸਤਿਗੁਰਾਂ ਦੇ ਪਾਵਨ ਕਰਨਾ, ਮਿਟਾਉਣਾ, ਆਪਣਾ ਜੀਵਨ ਬਣਾਉਣਾ, ਜੀਵਨ ਦੇ ਮਨੋਰਥ ਨੂੰ ਸਮਝਣਾ, ਇਹੀ ਮਨੋਰਥ ਹੈ ਗੁਰਮੁਖ ਪਿਆਰੇ ਗੁਰਸਿੱਖਾਂ ਦਾ, ਗੁਰੂ ਨਾਮ ਕਰੀਬ ਦਾ, ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ। ਉਹ ਇਸ ਵੇਲੇ ਨੂੰ ਖੰਜਾਉਂਦੇ ਨਹੀਂ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਮੂਲ ਸਮਝ ਲਿਆ ਨਾ, ਕਿਉਂਕਿ ਮੂਲ ਵਿਆਜ ਤੋਂ ਵੱਡਾ ਹੁੰਦਾ ਹੈ। ਜਿਹਨੇ ਮੂਲ ਸਮਝ ਲਿਆ ਅੰਮ੍ਰਿਤ ਵੇਲੇ ਨੂੰ, ਉਹ ਸਾਰੀ ਸ੍ਰਿਸ਼ਟੀ ਦੇ ਉੱਪਰ, ਸਾਰੇ ਵਿਹਾਰਾਂ ਵਿੱਚ ਉਹਨੂੰ ਸੌਖੀ ਸੁਖ ਪ੍ਰਾਪਤ ਹੁੰਦੇ ਨੇ। ਧੰਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਬਚਨ ਕਰਿਆ ਕਰਦੇ ਹਨ ਕਿ ਗੁਰਮੁਖਾ ਅੰਮ੍ਰਿਤ ਵੇਲੇ ਝੋਲੀ ਅੱਡ ਕੇ ਸਤਿਗੁਰਾਂ ਦੇ ਦਰ ਤੇ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਆ ਕੇ ਮੰਗਤਾ ਬਣ ਜਾ। ਇਸ ਦਰ ਦਾ ਮੰਗਤਾ ਬਣਿਆ, ਸਾਰਾ ਦਿਨ ਤੈਨੂੰ ਸਤਿਗੁਰੂ ਜੀ ਬਾਦਸ਼ਾਹ ਬਣਾ ਦੇਣਗੇ। ਇਸ ਦਰ ਤੇ ਆ ਕੇ ਮੰਗਤਾ ਬਣੇਗਾ, ਬਾਦਸ਼ਾਹੀ ਮਿਲਦੀ ਹੈ। ਦੁਨੀਆ ਦੇ ਉੱਪਰ ਮੰਗਤਾ ਬਣਦਾ ਹੈ ਤੇ ਲਾਹਨਤਾਂ ਪੈਂਦੀਆਂ ਨੇ। ਆਪਾਂ ਦੇਖਦੇ ਹੀ ਹਾਂ, ਜੇ ਹੁਣ ਕੋਈ ਮੰਗਤਾ ਮੰਗਦਾ ਹੈ, ਉਹ ਹੱਟਾ ਕੱਟਾ, ਤੂੰ ਕੋਈ ਕੰਮ ਕਰ ਲੈ, ਤੂੰ ਕੋਈ ਹੋਰ ਵਿਹਾਰ ਕਰ ਲੈ, ਕਿਉਂ ਮੰਗਣ ਤੇ ਤੇਰਾ ਜ਼ੋਰ ਲੱਗਿਆ, ਕਿੰਨੀਆਂ ਲਾਹਨਤਾਂ ਪੈਂਦੀਆਂ ਨੇ। ਪਰ ਜੇ ਗੁਰੂ ਦਰ ਤੇ ਆ ਕੇ ਮੰਗਤੇ ਆ, ਮੇਰੇ ਮਾਲਕ ਸਾਨੂੰ ਬਾਦਸ਼ਾਹ ਬਣਾਉਂਦੇ ਨੇ। ਅੰਮ੍ਰਿਤ ਵੇਲੇ ਜਿਹੜੇ ਵੀ ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸੀਸ ਝੁਕਾਉਂਦੇ ਨੇ, ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਨੇ, ਮੇਰੇ ਮਾਲਕ ਕਹਿੰਦੇ ਦੁਨੀਆ ਤੇ ਕੋਈ ਐਸੀ ਮਾਇਆ ਨਹੀਂ ਜਿਹੜੀ ਉਹਨੂੰ ਕੋਹ ਲਵੇ, ਕੋਈ ਐਸੀ ਤਾਕਤ ਨਹੀਂ ਜਿਹੜੀ ਉਹਦੇ ਉੱਪਰ ਭਾਰੀ ਪੈ ਜਾਵੇ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਪਾਣੀ ਕਰੀਏ, ਗੁਰੂ ਸ਼ਬਦ ਦੀ ਕਮਾਈ ਕਰੀਏ। ਹਰ ਰੋਜ਼ ਦੇ ਨਿਤ ਨਿਯਮ ਅਨੁਸਾਰ ਸਤਿਗੁਰਾਂ ਨੇ ਅੱਜ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਅੰਗ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਪਾਵਨ ਚਤੁਰ ਸੰਸਾਰਾ। ਸਤਿਗੁਰੂ ਜੀ ਕਹਿੰਦੇ ਜੀ ਸਮਾਇਆ ਨੇ ਸਾਰੇ ਸੰਸਾਰ ਨੂੰ, ਤ੍ਰੈ ਗੁਣੀ ਸੰਸਾਰ ਨੂੰ, ਸਾਰੇ ਚਾਰ ਗੁਣ ਨੂੰ, ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਜਗ ਇਸਨਾਨ ਤਾਪ ਥਾਨ ਕੰਡੇ, ਕਿਆ ਇਹੋ ਜੰਤ ਵਿਚਾਰਾ। ਕਹਿੰਦੇ ਜਿਸ ਨੇ ਜਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ। ਇਸ ਜੀਵ ਵਿਚਾਰਾ ਦੀ ਕੀ ਪਾਇਆ ਹੈ ਕਿ ਉਸ ਦਾ ਟਾਕਰਾ ਕਰ ਸਕੇ। ਇਹਦੀ ਕੀ ਤੋਹੀਨ, ਇਹਦੀ ਵਿੱਚ ਕੀ ਤਾਕਤ ਹੈ ਕਿ ਉਹਦਾ ਟਾਕਰਾ ਕਰ ਸਕੇ। ਪ੍ਰਭ ਕੀ ਓਟ ਗਹੀ ਤੋ ਛੁਟੋ। ਸਤ ਸੰਗਤ, ਜਦੋਂ ਮਨੁੱਖ ਨੇ ਪ੍ਰਮਾਤਮਾ ਦਾ ਪੱਲਾ ਫੜਿਆ ਨਾ, ਤਦੋਂ ਉਹ ਮਾਇਆ ਦੇ ਪੰਜੇ ਵਿੱਚੋਂ ਬਚ ਗਿਆ। ਕਦੋਂ ਬਚਿਆ? ਜਦੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਇਆ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਪਤਾ ਨਹੀਂ ਕਿਹੜੀਆਂ ਨਜ਼ਰਾਂ ਸਾਡੇ ਤੇ ਕਰਦੇ ਨੇ, ਬਖਸ਼ਿਸ਼ਾਂ ਕਰ ਦਿੰਦੇ ਨੇ। ਜਿਸ ਤਰ੍ਹਾਂ ਕੱਲ ਵੀ ਆਪਾਂ ਜ਼ਿਕਰ ਕੀਤਾ, ਨਾਨਕਸਰ ਦੇ ਬਾਣੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦੇ ਦਰੋਂ ਘਰੋਂ ਵਰਸਾਏ ਸੰਤ ਬਾਬਾ ਹਰਭਜਨ ਸਿੰਘ ਜੀ। ਉਹਨਾਂ ਨੇ ਜਦੋਂ ਨਾਨਕਸਰ ਭਗਤੀ ਦਾ ਘਰ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲੀ ਨਾ 9 ਸਾਲ ਲਗਾਤਾਰ ਸੇਵਾ ਕੀਤੀ। ਸੇਵਾ ਕਰਦਿਆਂ ਨੂੰ ਇੱਕ ਦਿਨ ਸਮਾਂ ਆ ਗਿਆ ਕਿ ਸਰੀਰ ਢਿੱਲਾ ਹੋ ਗਿਆ। ਮਾਨੋ ਉਹਨਾਂ ਦੇ ਮਨ ਵਿੱਚ ਆ ਗਿਆ ਵੀ ਹੁਣ 9 ਸਾਲ ਬਾਬਾ ਜੀ ਨੇ ਸੇਵਾ ਲੈ ਲਈ। ਇੱਕ ਦਿਨ ਐਸਾ ਸਮਾਂ ਆਇਆ, ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਪ੍ਰਤੱਖ, ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਪ੍ਰਤੱਖ ਕਹਿਣ ਲੱਗੇ ਜੇ 7 ਸਾਲ ਦੇ ਤੋਂ ਹੋਰ ਸੇਵਾ ਲੈਣੀ ਹੈ। ਕਹਿੰਦੇ ਸਾਡਾ ਮਨ ਹੋਰ ਤਾਕਤ ਵਿੱਚ ਆ ਗਿਆ। ਪਹਿਲਾਂ ਤਾਂ ਇਹ ਲੱਗਿਆ ਵੀ ਚਲੋ ਹੁਣ ਨਿਰੰਕਾਰ ਦਾ ਬੁਲਾਵਾ ਆ ਗਿਆ। ਜਦੋਂ ਬਾਬਾ ਜੀ ਨੇ ਇਲਹਾਮ ਕੀਤਾ ਹੈ, ਕਹਿੰਦੇ 7 ਸਾਲ ਹੋਰ ਸੇਵਾ ਲੈਣੀ ਹੈ, ਕੀ ਨਹੀਂ ਗੁਰੂ ਕਰ ਸਕਦਾ। ਤੇ ਧੰਨ ਬਾਬਾ ਹਰਭਜਨ ਸਿੰਘ ਜੀ ਦਾਸ ਨੂੰ ਦੱਸਣ, ਕਹਿੰਦੇ 7 ਸਾਲ ਹੋਰ ਮਿਲ ਗਏ। ਜਦੋਂ ਆਖਰੀ ਸਮੇਂ ਦੇ ਵਿੱਚ ਉਹ ਢਿੱਲੇ ਹੋਏ, ਉਦੋਂ ਬਚਨ ਸੁਣਾਇਆ। ਮੈਂ ਕਹਾ ਮਹਾਰਾਜ ਜੀ ਕੋਈ ਕਿਰਪਾ ਮਹਾਰਾਜ ਨੇ ਕਰਨੀ ਹੈ, ਆਪ ਜੀਆਂ ਨੂੰ ਕੁਝ ਨਹੀਂ ਹੁੰਦਾ। ਕਹਿੰਦੇ ਨਹੀਂ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚੋਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚੋਂ, ਧੰਨ ਬਾਬਾ ਨਾਨਕ ਸਿੰਘ ਮਹਾਰਾਜ ਦੇ ਚਰਨਾਂ ਚੋਂ 16 ਸਾਲ ਸੇਵਾ ਇਹ ਦਰਗਾਹੀ ਮਿਲੀ ਹੈ ਤੇ 16 ਸਾਲ ਮੇਰੇ ਪੂਰੇ ਹੋ ਗਏ। 16 ਸਾਲ ਪੂਰੇ ਹੋ ਗਏ। ਕਹਿੰਦੇ ਹੁਣ ਜਾਣਾ ਤਾਂ ਹੈਗਾ ਹੀ ਹੈ ਇੱਕ ਦਿਨ। ਬੜੇ ਸੇਵਾਦਾਰਾਂ ਨੇ ਆਖਿਆ ਜੀ ਆਪਣੇ ਸਰੀਰ ਦਾ ਇਲਾਜ ਕਰਾ ਦਿੰਦੇ ਆ, ਜਾਂ ਕੋਈ ਸਰੀਰ ਵਿੱਚ ਆਪਰੇਸ਼ਨ ਵਗੈਰਾ। ਕਹਿੰਦੇ ਨਾ ਭਾਈ, ਜਿਹੋ ਜਿਹਾ ਸਰੀਰ ਆਇਆ ਉਹੋ ਜਿਹਾ ਲੈ ਕੇ ਜਾਣਾ। ਬਹੁਤ ਸੇਵਾ ਕਰ ਲਈ ਇਹਨਾਂ ਨੇ। ਉਹਨਾਂ ਦੇ ਚਰਨਾਂ ਵਿੱਚ ਲਖਵੀਰ ਸਿੰਘ ਭੈਣੀ, ਬਾਬਾ ਹਰੀ ਸਿੰਘ ਜੀ, ਤੇਜਿੰਦਰ ਸਿੰਘ ਜਿੰਦੂ, ਬਾਬਾ ਗੁਰਮੇਲ ਜੀ, ਸਾਰੇ ਬਾਗ ਦੇ ਬਹਿੰਗਮ ਉਹਨਾਂ ਨੂੰ ਪਿਆਰ ਕਰਦੇ ਸਨ, ਜਿਸ ਤਰ੍ਹਾਂ ਹੁਣ ਵੀ ਪਿਆਰ ਕਰਦੇ ਨੇ। ਧੰਨ ਬਾਬਾ ਗੁਰਚਰਨ ਸਿੰਘ ਜੀ, ਬਾਬਾ ਸੇਵਾ ਸਿੰਘ ਜੀ, ਬਾਬਾ ਗੁਰਜੀਤ ਸਿੰਘ ਜੀ, ਸਾਰੇ ਨਾਨਕ ਸਰ ਦੇ। ਤੋ ਕਹਿਣ ਤੋਂ ਭਾਵ ਜਦੋਂ ਗੁਰੂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ, ਕੁਝ ਵੀ ਕਰ ਸਕਦਾ ਹੈ। ਤੇ 9 ਸਾਲ ਤੋਂ ਬਾਅਦ 7 ਸਾਲ ਹੋਰ ਸੇਵਾ ਦੇ ਦਿੱਤੀ। ਇਸੇ ਤਰ੍ਹਾਂ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੇਵਾ ਕੀਤੀ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕੁਝ ਆਰਜ਼ੂ ਬਖਸ਼ੀ ਸੀ। ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਹਨਾਂ ਦੀ ਰਹਿਮਤ ਬਖਸ਼ਿਸ਼ ਹੋ ਜਾਵੇ, ਫਿਰ ਸਾਧ ਸੰਗਤ ਜੀ ਮਾਇਆ ਤੋਂ ਵੀ ਬਚਿਆ ਜਾ ਸਕਦਾ ਹੈ। ਫਿਰ ਉਹ ਗੁਰੂ ਕੁਝ ਵੀ ਕਰ ਸਕਦਾ ਹੈ। ਸਾਧ ਪ੍ਰਸਾਦ ਹਰ ਹਰ ਗਾਏ, ਵਿਖੇ ਵਿਆਹ ਤਬ ਬੂਟੋ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ ਇਸ ਦੇ ਅੰਦਰੋਂ ਮੁੱਕ ਗਿਆ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅਗਾਂਹ ਆਪਣੇ ਤੇ ਬਖਸ਼ਿਸ਼ ਕਰਦੇ ਨੇ। ਨਹਿ ਸੁਣੀਐ ਨਹਿ ਮੁਖ ਤੇ ਬਕੀਐ, ਨਹਿ ਮੂੰਹ ਮੋਹ ਡੀਠੀ। ਸਾਧ ਸੰਗਤ ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਉਂਦੀ ਹੈ ਨਾ, ਤਦੋਂ ਨਾ ਉਸ ਦੀ ਆਵਾਜ਼ ਸੁਣਦੀ ਹੈ, ਨਾ ਉਹ ਮੁਖੋਂ ਬੋਲਦੀ ਹੈ, ਨਾ ਉਹ ਕੀ ਦਿਸਦੀ ਹੈ। ਕਈ ਵਾਰ ਦੇਖਦੇ ਹਾਂ ਘਰਾਂ ਦੇ ਵਿੱਚ ਉਹੀ ਪਰਿਵਾਰ ਹੁੰਦਾ, ਇਕੱਠਾ ਰਹਿੰਦਾ ਹੁੰਦਾ। ਇੱਕ ਵਾਲਾ ਕਮਾਉਣ ਲੱਗ ਗਿਆ, ਮਾਇਆ ਆ ਗਈ, ਉਹਦੇ ਬੋਲ ਹੀ ਬਦਲ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਵੀ ਤੇ ਸਾਧ ਸੰਗਤ ਦੀ ਸੇਵਾ ਕਰਦੇ ਹੈ। ਕਈ ਸੇਵਾਦਾਰ ਐਸੇ ਹੁੰਦੇ ਨੇ ਅੰਤ ਤੱਕ ਸੇਵਾ ਕਰਨੀ ਨਿਰਚਿਤ ਹੋ ਕੇ। ਕਈਆਂ ਨੂੰ ਮੋਹ ਮਮਤਾ ਕੁਝ ਆ ਜਾਂਦੀ ਹੈ, ਕਿਉਂਕਿ ਇਹਨੇ ਦਿਖਣਾ ਤਾਂ ਨਹੀਂ ਮਾਇਆ, ਤੇ ਇਹਨੇ ਉਹਦਾ ਪ੍ਰਭਾਵ ਹੀ ਪਾਉਣਾ। ਫਿਰ ਉਹ ਕਿਉਂ ਲੜਾਈ ਝਗੜੇ ਹੁੰਦੇ ਨੇ ਸਥਾਨਾਂ ਦੇ ਉੱਪਰ। ਇਹ ਰਹਿਣਾ ਕੋਈ ਐਨੀ ਸੌਖੀ ਗੱਲ ਨਹੀਂ। ਪਤਾ ਨਹੀਂ ਕਿਹੜੇ ਜਗਿਆਸੂ ਦੀ ਕੋਈ ਐਸੀ ਮਾਇਆ ਆ ਗਈ
ਜਾਂ ਕੋਈ ਬੇਈਮਾਨੀ ਦੀ ਮਾਇਆ ਆ ਗਈ, ਉਹਦੇ ਕਰਕੇ ਅਸਥਾਨ ਤੇ ਕਿਸੇ ਨੇ ਛਕ ਲਿਆ, ਉਹ ਹਾਵੀ ਹੋ ਗਈ ਤੇ ਉਹ ਮਾਇਆ ਆਪਣਾ ਪ੍ਰਭਾਵ ਪਾ ਦਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਮਾਇਆ ਨਾ ਤਾਂ ਉਹ ਬੋਲਦੀ ਹੈ, ਨਾ ਉਹਦੀ ਆਵਾਜ਼ ਸੁਣਦੀ ਹੈ, ਨਾ ਉਹ ਅੱਖੀ ਦਿਸਦੀ ਹੈ। ਐਸੀ ਠਗੌਰੀ ਪਾਈ ਭੁਲਾਵੇ, ਮਨ ਸਭ ਕੇ ਲਾਗੈ ਮੀਠੀ। ਕੋਈ ਅਜਿਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕਰਾਹੇ ਪਾ ਦਿੰਦੀ ਹੈ। ਨਸ਼ੀਲੀ ਕੋਈ ਨਸ਼ਾ ਨਹੀਂ, ਕ੍ਰੋਧ ਵੀ ਇੱਕ ਨਸ਼ੀਲੀ ਵਸਤੂ ਹੈ। ਤੇ ਸਾਧ ਸੰਗਤ ਜੀ ਉੜਤਨ ਵਿੱਚ ਬੋਲਣਾ, ਕਬੂਲ ਬੋਲਣੇ, ਉਹ ਵੀ ਨਸ਼ੀਲੀ ਵਸਤੂ ਹੈ। ਇਹ ਮਾਇਆ ਹੈ ਹੀ ਐਸੀ ਹੈ, ਕਹਿੰਦੇ ਉਹਨੂੰ ਪਰ ਇਹੋ ਜਿਹੇ ਕਰਾਹੇ ਪਾ ਦਿੰਦੀ ਹੈ ਸਭਨਾਂ ਦੇ ਮਨ ਵਿੱਚ। ਪਰ ਜਿਹਦੇ ਪੈਂਦੀ ਹੈ ਉਹ ਮੰਨਦਾ ਥੋੜੀ ਹੁੰਦਾ। ਆਪਾਂ ਕਈ ਵਾਰ ਦੇਖਦੇ ਹਾਂ ਸਾਰਾ ਟੱਬਰ ਇੱਕ ਪਾਸੇ ਹੁੰਦਾ, ਕੱਲਾ ਇੱਕ ਪਾਸੇ ਹੁੰਦਾ, ਹਾਵੀ ਨਹੀਂ ਹੁੰਦੀ ਹੈ, ਉਹ ਮੰਨਦਾ ਹੀ ਨਹੀਂ। ਕਹਿੰਦਾ ਤੁਸੀਂ ਗਲਤ ਹੋ, ਮੈਂ ਸਹੀ ਹਾਂ। ਉਹ ਪਿਆਰੀ ਲੱਗਦੀ ਹੈ। ਮਾਈ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ। ਕਹਿੰਦੇ ਮਾਂ ਪਿਓ ਪੁੱਤਰ ਮਿੱਤਰ ਭਰਾ, ਉਸ ਮਾਇਆ ਨੇ ਹਰੇਕ ਦੇ ਕਹਿੰਦੇ ਹਿਰਦੇ ਵਿੱਚ ਵਿਤਕਰਾ ਪਾ ਕੇ ਰੱਖਿਆ। ਤਦੇ ਸਤਿਗੁਰ ਕਹਿੰਦੇ ਨੇ ਭਾਈ ਪਰਮੇਸ਼ਰ ਦਾ ਸਿਮਰਨ ਕਰ, ਨਾਮ ਨੂੰ ਕਹਿਣਾ ਬਣਾ ਲੈ, ਨਾਮ ਤੋਂ ਬਿਨਾਂ ਤਾਂ ਦੁੱਖ ਹੀ ਦੁੱਖ ਹੈ। ਕਿਸ ਹੀ ਬਾਦ ਘਾਟ ਕਿਸ ਹੀ ਪੈ, ਸਗਲੇ ਨਰ ਨਰ ਮੂਆ। ਕਹਿੰਦੇ ਕਿਸੇ ਪਾਸ ਮਾਇਆ ਬਹੁਤੀ ਹੈ, ਕਿਸੇ ਪਾਸ ਥੋੜੀ ਹੈ। ਬਸ ਇਸੇ ਗੱਲ ਸਾਰੇ ਆਪੋ ਵਿੱਚ ਲੜ ਲੜ ਕੇ ਪਏ ਖੱਪਦੇ ਨੇ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ। ਸਾਧ ਸੰਗਤ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਮਾਇਆ ਦਾ ਇਹ ਤਮਾਸ਼ਾ ਅੱਖੀ ਵਿਖਾ ਦਿੱਤਾ ਹੈ। ਪਰ ਗੁਰਮੁਖ ਜਨ ਇਸ ਮਾਇਆ ਤੋਂ ਉੱਪਰ ਉੱਠ ਖੜਦੇ ਹਨ, ਇਸ ਮਾਇਆ ਤੋਂ ਉੱਪਰ ਉੱਠ ਕੇ ਆਪਣਾ ਜੀਵਨ ਬਣਾ ਲੈਂਦੇ ਹਨ। ਗੂਜੀ ਭਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਕਹਿੰਦੇ ਮੈਂ ਵੇਖ ਲਿਆ ਕਿ ਮਾਇਆ ਦੀ ਇਸ ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਸਾਰਾ ਜਗਤ ਮਾਇਆ ਨੇ ਭਰਮਾਇਆ ਹੋਇਆ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਕਈ ਵਾਰ ਦੇਖਦੇ ਆ ਨਾ ਦੁਨੀਆ ਵਿੱਚ ਲੜਦੇ ਆ, ਝਗੜੇ ਆ, ਕਿੰਨਾ ਕੁਝ ਖੱਪਦੇ ਆ, ਤੇ ਜਦੋਂ ਕਿਸੇ ਨਾਮ ਤਾਰੀਖ ਦੇ ਚਰਨਾਂ ਵਿੱਚ ਆਉਂਦੇ ਨੇ ਜਾਂ ਗੁਰ ਸਥਾਨ ਤੇ ਜਾਂਦੇ ਨੇ, ਉੱਥੇ ਸ਼ਾਂਤੀ ਮਿਲ ਜਾਂਦੀ ਹੈ। ਜਾਂ ਆਪਣੇ ਵੱਡੇ ਵਡੇਰਿਆਂ ਕੋਲ ਬੈਠਦੇ ਨੇ, ਬਜ਼ੁਰਗਾਂ ਕੋਲ ਜਾਂਦੇ ਆ, ਉਹਨਾਂ ਦਾ ਪ੍ਰਭਾਵ ਵੀ ਐਸਾ ਹੁੰਦਾ ਹੈ, ਉਹਨਾਂ ਤੇ ਮਾਇਆ ਦਾ ਅਸਰ ਘੱਟ ਹੁੰਦਾ, ਲੜਨ ਵਾਲਾ ਵੀ ਉਹਨਾਂ ਦੇ ਕੋਲੇ ਜਾ ਕੇ ਠੰਡਾ ਹੋ ਜਾਂਦਾ। ਇਸ ਕਰਕੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਤੇ ਮਾਇਆ ਦਾ ਜ਼ੋਰ ਨਹੀਂ ਚੱਲਦਾ। ਨਹੀਂ ਤਾਂ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ ਆਪਣਾ ਮੋਹ ਨਹੀਂ ਪਾ ਸਕਦੀ। ਸਾਰੇ ਸੰਸਾਰ ਤੇ ਨਹੀਂ ਮੋਹ ਪਾਇਆ ਹੋਇਆ। ਸੰਤ ਪ੍ਰਸਾਦ ਮਾਂ ਸੁਖ ਪਾਇਆ, ਸਗਲੇ ਬੰਧਨ ਕਾਟੇ। ਉਹ ਮਨੁੱਖ ਬੜਾ ਆਤਮਿਕ ਆਨੰਦ ਮਾਣਦਾ ਹੈ। ਉਸ ਦੇ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਂਦੇ ਹਨ। ਕਿਨਾਂ ਦੇ ਭਾਈ? ਹਰ ਹਰ ਨਾਮ ਨਾਨਕ ਤਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਕਹਿੰਦੇ ਪਰਮੇਸ਼ਰ ਦਾ, ਪਰਮਾਤਮਾ ਦਾ ਨਾਮ, ਗੁਰੂ ਦੀ ਕਿਰਪਾ ਨਾਲ ਜਿਸ ਨੇ ਪਰਮਾਤਮਾ ਦਾ ਨਾਮ ਤਨ ਲੱਭ ਲਿਆ ਨਾ, ਕਮਾ ਲਿਆ, ਉਹਨੂੰ ਗਹਿਣਾ ਬਣਾ ਲਿਆ ਹੈ। ਤੇ ਨਾਨਕ ਇਹ ਧਨ ਖੱਟ ਕਮਾ ਕੇ ਆਪਣੇ ਹਿਰਦੇ ਘਰ ਵਿੱਚ ਲੈ ਆਂਦਾ ਹੈ। ਜਿਨ੍ਹਾਂ ਨੇ ਇਸ ਧਨ ਨੂੰ ਆਪਣੇ ਹਿਰਦੇ ਤਨ ਵਿੱਚ ਲੈ ਆਂਦਾ ਹੈ, ਇਸ ਧਨ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾ ਲਿਆ,
ਇਹ ਉਹਦੀ ਕਿਰਪਾ ਦੇ ਨਾਲ ਹੀ ਹੈ ਤੇ ਉਹ ਮਾਇਆ ਦੇ ਬੰਧਨਾਂ ਤੋਂ ਰਹਿਤ ਹੋ ਜਾਂਦੇ ਨੇ ਤੇ ਉਹਨਾਂ ਦੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ। ਜਪ ਮਨ ਸਤਨਾਮ ਸਦਾ ਸਤਨਾਮ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਸਦਾ ਹੀ ਜਪਣਾ ਕੀਤਾ ਨਾ, ਹਾਲਤ ਪਾਲਤ ਮੁਖ ਉਜਲ ਹੋਈ ਹੈ। ਕਹਿੰਦੇ ਉਹਦੇ ਹਾਲਤ ਪਾਲਤ ਲੋਕ ਪਰਲੋਕ ਨਿਤ ਧਿਆਈਏ ਹਰ ਪੁਰਖ ਨਿਰੰਜਨ। ਜਿਹੜਾ ਨਿਤ ਹਰੀ ਦਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ ਧਿਆਉਣਾ ਕਰਦਾ ਉਹਦਾ ਲੋਕ ਵੀ ਤੇ ਉਹਦਾ ਪਰਲੋਕ ਵੀ ਸੌਰ ਜਾਂਦਾ ਹੈ। ਤਾਂ ਤੇ ਆਓ ਆਪਾਂ ਵੀ ਪਰਮੇਸ਼ਰ ਦਾ ਸਿਮਰਨ ਕਰੀਏ, ਬੰਦਗੀ ਕਰੀਏ। ਜਦੋਂ ਗੁਰੂ ਦੀ ਸੰਗਤ ਵਿੱਚ ਬੈਠੀਏ ਧਿਆਨ ਨੂੰ ਗੁਰੂ ਸ਼ਬਦ ਨਾਲ ਜੋੜੀਏ। ਕਈ ਵਾਰ ਕੀ ਹੁੰਦਾ ਹੈ, ਬੈਠੇ ਸੰਗਤ ਵਿੱਚ ਹੁੰਦੇ ਆ, ਉਹ ਹੱਥ ਲਾ ਲਿਆ, ਕਦੇ ਉਹ ਗੱਡਾ ਖੜਾ ਕਰ ਲਿਆ, ਕਦੇ ਕਿਤੇ ਧਿਆਨ ਲੈ ਗਏ। ਜਿਹੜਾ ਧਿਆਨ ਹੈ ਉਹ ਗੁਰੂ ਦੀ ਸ਼ਰਨ ਗੁਰੂ ਸ਼ਬਦ ਨਾਲ ਜੋੜਨਾ, ਫਿਰ ਸਤਸੰਗ ਕਰਨ ਦਾ ਫਾਇਦਾ ਭਾਈ। ਸੋ ਇਸ ਕਰਕੇ ਸਤਿਗੁਰੂ ਦੀ ਕਿਰਪਾ ਕਰਨ, ਜਿੱਥੇ ਕਿਤੇ ਵੀ ਸਤਸੰਗ ਦੀ ਘੜੀ ਮਿਲਦੀ ਹੈ ਜ਼ਰੂਰ ਜਾਣਾ ਚਾਹੀਦਾ। ਉੱਥੇ ਬੈਠ ਕੇ ਪੂਰਾ ਲਾਭ ਤਾਂ ਮਿਲਦਾ ਹੈ ਜੇ ਆਪਾਂ ਉੱਥੇ ਮਨੋਬਿਰਤੀਆਂ ਕਾਗਰ ਕਰਕੇ ਗੁਰੂ ਸ਼ਬਦ ਨਾਲ ਜੁੜਾਂਗੇ। ਸੋ ਇਸ ਕਰਕੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਤੇ ਆਪਣੇ ਧਰਮ ਨਾਲ ਪਿਆਰ ਕਰੋ। ਬਾਣੀ ਵਿੱਚ ਆਪਾਂ ਪਰਪੱਕ ਹੋਈਏ ਤੇ ਸਤਿਗੁਰਾਂ ਦੇ ਪਾਵਨ ਚਰਨਾਂ ਚੋਂ ਫਿਰ ਅਸੀਸ ਲਈਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਤਿਗੁਰੂ ਦੀ ਕਿਰਪਾ ਕਰਦੇ ਨੇ। ਆਓ ਅੱਜ ਦੇ ਪਾਵਨ ਹੁਕਮਨਾਮੇ ਦੀਆਂ ਆਖਰੀਆਂ ਪੰਕਤੀਆਂ ਦਾ ਰਲ ਮਿਲ ਕੇ ਆਪਾਂ ਜਾਪ ਕਰੀਏ ਜੀ। ਸੰਤ ਪ੍ਰਸਾਦ ਮਹਾ ਸੁਖ ਪਾਇਆ, ਸਗਲੇ ਬੰਧਨ ਕਾਟੇ। ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਸ਼ਬਦ ਦੀ ਵਿਚਾਰ ਕਰਦੇ ਭੁੱਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸੰਗਤ ਬਖਸ਼ਣ ਯੋਗ ਹੈ, ਆਪ ਜੀ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ ਪਾਓ ਫਤਿਹ। ਗਣਪਤ ਕੀ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।